Hey, what's up? Sahib this side. ਸੋ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਵੀ ਕਿਉਂ ਜਿਹੜੇ ਮੈਜੋਰਟੀ ਉਹਦੇ ਪੰਜਾਬੀ ਸਟੂਡੈਂਟਸ ਨੇ ਆਪਣੇ ਆਇਲਸ ਅਕੈਡਮਿਕ ਟੈਸਟ ਜਿੰਨੀ ਵੀ ਰਿਕੁਆਇਰਮੈਂਟ ਹੈ ਮਤਲਬ ਉਹ ਸਕੋਰ ਕਰਨ 'ਚ ਸਟਰਗਲ ਕਰਦੇ ਆ। ਸੋ ਸਭ ਤੋਂ ਪਹਿਲਾਂ ਮੇਰੇ ਕੋਲ ਇੱਕ ਸਟੈਟਿਸਟਿਕ ਹੈ ਜਿਹੜਾ ਕਹਿੰਦਾ ਹੈ ਕਿ 50% ਆਫ ਦ ਪੰਜਾਬੀ ਸਟੂਡੈਂਟਸ ਹੂ ਟੇਕ देयर ਆਇਲਸ ਐਗਜ਼ਾਮ ਉਹ ਮਤਲਬ 5.5 ਬੈਂਡ ਤੋਂ ਉੱਪਰ ਸਕੋਰ ਨਹੀਂ ਕਰ ਪਾਉਂਦੇ, ਠੀਕ ਹੈ। ਐਂਡ ਦਿਸ ਇਜ਼ ਐਨ ਆਫੀਸ਼ੀਅਲ ਸਟੈਟਿਸਟਿਕ ਬਾਈ ਦੀ ਆਇਲਸ ਆਰਗੇਨਾਈਜੇਸ਼ਨ ਇਟਸੈਲਫ। ਸੋ ਕੰਸੀਡਰਿੰਗ ਕਿ ਪੰਜਾਬ ਦੇ ਅੰਦਰ ਇੰਨੇ ਜ਼ਿਆਦਾ ਸਾਡੇ ਕੋਲ ਰਿਸੋਰਸਿਸ ਨੇ ਵੀ ਹਰ ਇੱਕ ਗਲੀ ਗਲੀ ਨੁੱਕੜ ਦੇ ਮਤਲਬ ਜਿਹੜਾ ਆਇਲਸ ਕੋਚਿੰਗ ਸੈਂਟਰ ਖੋਲ੍ਹਿਆ ਹੋਇਆ ਤੇ ਉਹ ਹਰ ਇੱਕ ਕੋਚਿੰਗ ਸੈਂਟਰ ਮਤਲਬ ਹਰ ਇੱਕ ਦੂਜਾ ਕੋਚਿੰਗ ਸੈਂਟਰ ਦਾਵਾ ਕਰਦਾ ਕਿ 8 ਬੈਂਡ ਗਾਰੰਟੀਡ ਜਾਂ ਫੈਸਿਲਿਟੀਜ਼ ਦੇ ਨਾਂ ਤੇ ਮਤਲਬ ਕਹਿੰਦੇ ਕਿ ਸਾਡੇ ਕੋਲ ਮਤਲਬ ਵੀ ਪਾਰਟਨਰ ਅਪ ਵਿਦ ਕੈਂਬਰਿਜ ਫॉर द ਪਲੈਟੀਨਮ ਪਾਰਟਨਰਸ਼ਿਪ ਜਾਂ 골ਡ ਪਾਰਟਨਰਸ਼ਿਪ ਤੇ ਪ੍ਰੋਪਰ ਮਾਰਕੀਟਸ ਜਿਹੜੀਆਂ ਨੇ ਡੈਡੀਕੇਟਡ ਨੇ ਮਤਲਬ ਇਸ ਚੀਜ਼ ਨੂੰ ਲੈ ਕੇ ਟਿਊਸ਼ਨ ਮਾਰਕੀਟ ਆਇਲਸ ਮਾਰਕੀਟ ਤੁਸੀਂ ਕਿ ਜਿਹੜੇ ਮਰਜ਼ੀ ਸ਼ਹਿਰ ਚੱਲ ਜਾਓ ਪ੍ਰੋਪਰ ਤੁਹਾਨੂੰ ਇੱਕ ਮਾਰਕੀਟ ਮਿਲੇਗੀ ਜਿੱਥੇ ਵੀ ਸਿਰਫ ਆਇਲਸ ਸੈਂਟਰ ਖੁੱਲੇ ਹੋਏ ਹੈ। ਸੋ ਇੰਨੀਆਂ ਰਿਸੋਰਸਿਸ ਇੰਨੀਆਂ ਫੈਸਿਲਿਟੀਜ਼ ਹੋਣ ਦੇ ਬਾਵਜੂਦ 50% ਸਟੂਡੈਂਟਸ ਜੇ 5.5 ਬੈਂਡ ਨਹੀਂ ਸਕੋਰ ਕਰ ਮਤਲਬ 5.5 ਤੋਂ ਉੱਪਰ ਸਕੋਰ ਨਹੀਂ ਕਰ ਪਾ ਰਹੇ ਤਾਂ ਕੀ ਰੀਜ਼ਨ ਹੈ? ਆਈ ਥਿੰਕ ਇਟਸ ਅ ਬਿਗ ਨੰਬਰ 50% ਆਫ ਦ ਸਟੂਡੈਂਟਸ ਮਤਲਬ ਥਰੂ ਆਊਟ ਦ ਈਅਰ। ਸੋ ਅੱਜ ਜਾਣਦੇ ਪਏ ਤਾਂ ਇੱਕ ਮੇਜਰ ਰੀਜ਼ਨ ਕੀ ਹੈ। ਸੋ ਲੈਟਸ ਗੈਟ ਇਨਟੂ ਇਟ। ਸੋ ਦਾ ਨੰਬਰ 1 ਰੀਜ਼ਨ ਜਿਹੜਾ ਮੈਨੂੰ ਲੱਗਦਾ ਵੀ ਕੋਚਿੰਗ ਸੈਂਟਰਸ ਤੇ ਸਟੂਡੈਂਟਸ ਦੋਵਾਂ ਦੁਆਰਾ ਇਗਨੋਰ ਕੀਤਾ ਜਾਂਦਾ ਦੈਟ ਇਜ਼ ਲੈਕ ਆਫ ਬੇਸਿਕ ਅੰਡਰਸਟੈਂਡਿੰਗ ਆਫ ਇੰਗਲਿਸ਼, ਠੀਕ ਹੈ। ਨਾਓ ਵਟ ਹੈਪਨਸ ਇਜ਼ ਕਿ ਜਦੋਂ ਵੀ ਇੱਕ ਸਟੂਡੈਂਟ ਜਿਹੜਾ ਹੈ ਮਤਲਬ ਡਿਸਾਈਡ ਕਰਦਾ ਕਿ ਮੈਂ ਮਤਲਬ ਆਇਲਸ ਦੀ ਤਿਆਰੀ ਕਰਨੀ ਕਿਸੇ ਨਾ ਕਿਸੇ ਕੋਚਿੰਗ ਸੈਂਟਰ ਜਾ ਕੇ ਇਨਰੋਲ ਕਰਦਾ ਨਾ ਯੂਜੂਅਲੀ ਉਹ ਕੋਚਿੰਗ ਸੈਂਟਰਸ ਕੀ ਕਰਦੇ ਕਿ ਦੇ ਅਸਿਊਮ ਕਿ ਸਟੂਡੈਂਟ ਨੂੰ ਇੰਗਲਿਸ਼ ਆਲਰੇਡੀ ਆਉਂਦੀ ਹੈ, ਠੀਕ ਹੈ। ਸੋ ਸਟੂਡੈਂਟ ਨੂੰ ਕੀ ਕਹਿੰਦੇ ਵੀ ਤੂੰ ਆਪਣਾ ਸੈਂਪਲ ਟੈਸਟ ਪੇਪਰ ਫੜ ਲਾ ਆਇਲਸ ਦੇ ਤੇ ਉਹਨਾਂ ਦੀ ਪ੍ਰੈਕਟਿਸ ਕਰ ਤੇ ਦੇਖ ਮਤਲਬ ਤੂੰ ਕਿੰਨੇ ਰੈਗੂਲਰਲੀ ਸਕੋਰ ਕਰ ਰਿਹਾ ਐਂਡ ਆਫਟਰ 1 ਵੀਕ 2 ਵੀਕ ਔਰ 1 ਮੰਥ ਵਟਐਵਰ ਮਤਲਬ ਜਿੰਨਾ ਵੀ ਟਾਈਮ ਤੁਹਾਨੂੰ ਸਹੀ ਲੱਗਦਾ ਉਸ ਦੌਰਾਨ ਪੇਪਰ ਬੁੱਕ ਕਰਾ ਦਿਓ। ਨਾ ਇਹ 'ਚ ਹੁੰਦਾ ਕੀ ਹੈ ਕਿ ਜਿਨ੍ਹਾਂ ਦੀ ਇੰਗਲਿਸ਼ ਦਾ ਬੇਸ ਤਾਂ ਸਟਰੋਂਗ ਹੈ ਮਤਲਬ ਵੀ ਜਿਹਨਾਂ ਨੂੰ ਬੇਸਿਕ ਇੱਕ ਅੰਡਰਸਟੈਂਡਿੰਗ ਹੈ ਕਿ ਕਿਹੜਾ ਟੈਂਸ ਕਿੱਥੇ ਲੱਗਣਾ ਹੈ, ਕਿਵੇਂ ਸੈਂਟੈਂਸ ਫਾਰਮੇਸ਼ਨ ਹੁੰਦੀ ਹੈ, ਇਹਨਾਂ ਵਰਡਸ ਦਾ ਮਤਲਬ ਡਿਫਰੈਂਟ ਵਰਡਸ ਦਾ ਕੀ ਡਿਫਰੈਂਟ ਮੀਨਿੰਗ ਹੈ ਤੇ ਕੀ ਇਹਨਾਂ ਦੀ ਯੂਜ਼ੇਜ ਹੈ, ਉਹ ਜਦੋਂ ਸਟ੍ਰੈਟਜੀਜ਼ ਦੀ ਪ੍ਰੈਕਟਿਸ ਕਰਦੇ ਆ ਤਾਂ 1 ਵੀਕ 2 ਵੀਕ ਜਾਂ 1 ਮੰਥ ਦੇ ਅੰਦਰ ਮੈਕਸ ਟੂ ਮੈਕਸ ਜਿਹੜੇ ਪ੍ਰੈਕਟਿਸ ਕਰਕੇ ਆਪਣੀ ਜਿੰਨੀ ਵੀ ਰਿਕੁਆਇਰਮੈਂਟ ਹੁੰਦੀ ਉਹ ਕਲੀਅਰ ਕਰ ਜਾਂਦੇ, ਚਾਹੇ 6 ਬੈਂਡ ਦਾ 6.5 ਹੈ ਕਈ 8 ਵੀ ਲੈ ਜਾਂਦੇ ਡਿਪੈਂਡਿੰਗ ਔਨ ਦੇਅਰ ਅੰਡਰਸਟੈਂਡਿੰਗ ਆਫ ਇੰਗਲਿਸ਼ ਐਂਡ ਦੇਅਰ ਅੰਡਰਸਟੈਂਡਿੰਗ ਆਫ ਦ ਸਟ੍ਰੈਟਜੀਜ਼ ਜਾਂ ਜਿਵੇਂ ਵੀ ਮਤਲਬ ਪ੍ਰੈਕਟੀਕਲੀ ਆਪਣੀਆਂ ਟਿਪਸ ਜਿਹੜੇ ਨੇ ਵਰਕਆਊਟ ਕਰਦੇ। ਔਨ ਦੀ ਅਦਰ ਸਾਈਡ ਜੇ ਆਪਾਂ ਹੁਣ ਗੱਲ ਕਰੀਏ ਦੂਜੇ ਸਟੂਡੈਂਟਸ ਦੀ ਤਾਂ ਜਿਨ੍ਹਾਂ ਨੂੰ ਮਤਲਬ ਇੰਗਲਿਸ਼ ਦਾ ਐਕਸਪੀਰੀਅੰਸ ਨਹੀਂ ਕਲਾਸਰੂਮ ਤੱਕ ਜਿਨ੍ਹਾਂ ਦਾ ਐਕਸਪੀਰੀਅੰਸ ਨਹੀਂ ਮਿਲਦਾ ਕਿ ਹਾਂ ਵੀ ਉਹਨਾਂ ਨੇ ਸਿਰਫ ਕਲਾਸਰੂਮ ਤੱਕ ਸਟੱਡੀ ਕੀਤੀ ਹੈ ਬਟ ਓਵਰਆਲ ਬਾਹਰ ਕਿਸੇ ਨਾ ਕਦੇ ਅੱਜ ਤੱਕ ਇੰਟਰੈਕਟ ਨਹੀਂ ਕੀਤਾ ਇੰਗਲਿਸ਼ ਜਾਂ ਮਤਲਬ ਇੰਗਲਿਸ਼ ਨਹੀਂ ਯੂਜ਼ ਨਹੀਂ ਕਰਦੇ। ਸੋ ਕੀ ਹੁੰਦਾ ਵੀ ਉਹ ਸਟ੍ਰੈਟਜੀਜ਼ ਜਦੋਂ ਸਿੱਖ ਵੀ ਲੈਂਦੇ ਵੀ ਸਟ੍ਰੈਟਜੀਜ਼ ਦੀ ਪ੍ਰੈਕਟਿਸ ਕਰਕੇ ਅੱਛਾ ਦੇ ਗੈਟ ਗੁੱਡ ਐਟ ਇਟ ਬਟ ਵਟ ਹੈਪਨਸ ਇਜ਼ ਕਿ since they are missing the basic understanding ਵੀ ਜਿੱਥੇ ਉਹ ਬੇਸਿਕ ਅੰਡਰਸਟੈਂਡਿੰਗ ਇੰਗਲਿਸ਼ ਦੀ ਕਮੀ ਹੈ ਸੋ ਉੱਥੇ ਉਹ ਸਟ੍ਰੈਟਜੀਜ਼ ਤੇ ਟਿਪਸ ਵੀ ਜਿਹੜੇ ਨੇ ਉਹ ਯੂਜ਼ਲੈਸ ਬਣ ਜਾਂਦੇ ਆ। ਸੋ ਆਇਲਸ ਦੀ ਪ੍ਰੈਪਰੇਸ਼ਨ ਲਈ ਜੇ ਇੱਕ ਮਤਲਬ ਆਇਲਸ ਇੱਕ ਇੰਗਲਿਸ਼ ਲੈਂਗੁਏਜ ਦਾ ਟੈਸਟ ਹੈ, ਠੀਕ ਹੈ, ਉਹਦੀ ਮਤਲਬ ਉਹਦੇ ਲਈ ਇੰਗਲਿਸ਼ ਆਉਣੀ ਬਹੁਤ ਜ਼ਰੂਰੀ ਹੈ। ਸੋ ਜਿਹੜੇ ਵੀ ਸਟੂਡੈਂਟਸ ਜਿਹੜੇ ਨੇ ਮਤਲਬ 5.5 ਬੈਂਡ ਤੇ ਸਟਕ ਨੇ, ਠੀਕ ਹੈ, ਵੀ ਰੈਗੂਲਰਲੀ ਤਾਂ ਨਹੀਂ ਮਤਲਬ ਰੈਗੂਲਰਲੀ ਪ੍ਰੈਕਟਿਸ ਕਰਦੇ ਆ ਫਿਰ ਉਹਨੂੰ ਦਿਖਦਾ ਹੈ ਕਿ ਹਾਂ ਵੀ ਉਹ ਵਧੀਆ ਸਕੋਰ ਨਹੀਂ ਕਰ ਪਾ ਰਹੇ ਇਹਨਾਂ ਨੇ ਆਲਰੇਡੀ 2-3 ਵਾਰੀ ਐਗਜ਼ਾਮ ਦੇ ਚੁੱਕੇ ਨੇ ਤੇ ਉਹ 'ਚ ਵੀ ਮਤਲਬ 5 ਬੈਂਡ ਜਾਂ 5.5 ਬੈਂਡ ਤੇ ਮਤਲਬ ਸਟਕ ਕਰ ਰਹੇ। ਸੋ ਵਟ ਦੇ ਕੈਨ ਡੂ ਇਜ਼ ਕਿ ਆਪਣੀ ਸਟ੍ਰੈਟਜੀਜ਼ ਤੇ ਟਿਪਸ ਦੇ ਨਾਲ ਮਤਲਬ ਦੇ ਕੈਨ ਵਰਕ ਔਨ ਦੇਅਰ ਇੰਗਲਿਸ਼ ਐਜ਼ ਵੈਲ, ਠੀਕ ਹੈ। ਸੋ ਹੁਣ ਆਪਾਂ ਗੱਲ ਕਰਦੇ ਹਾਂ ਸੋਲਿਊਸ਼ਨ ਦੀ ਵੀ ਆਪਾਂ ਆਪਣੀ ਇੰਗਲਿਸ਼ ਤੇ ਵਰਕ ਕਿਵੇਂ ਕੀਤਾ ਜਾ ਸਕਦਾ। ਸੋ ਨਾਓ ਦੇਰ ਆਰ ਲਾਈਕ 2 ways ਟੂ ਇਟ, ਠੀਕ ਹੈ। So number 1 is that you can formally try to study English like ਵੀ ਜਿਵੇਂ ਇੱਕ ਬੰਦਾ ਬੁੱਕ ਪੜ੍ਹਦਾ ਉਹ 'ਚ ਗ੍ਰਾਮਰ ਦੇ ਰੂਲ ਸਮਝਦਾ ਕਿ ਹਾਂ ਪ੍ਰੈਪੋਜੀਸ਼ਨ ਇੱਥੇ ਲੱਗਦੀ ਹੈ ਟੈਂਸਸ ਇੱਥੇ ਲੱਗਣੇ ਹੈ ਜਾਂ ਆਰਟੀਕਲ ਦਾ ਕੰਮ ਹੈ ਹੁਣ ਇਹ ਹੋ ਗਈ ਫਾਰਮਲ ਲਰਨਿੰਗ। ਨਾ ਹਰ ਕੋਈ ਆਲਮੋਸਟ ਐਵਰੀਵਨ ਮਤਲਬ ਸਭ ਨੇ ਜਿਹੜਾ ਸਕੂਲ 'ਚ ਪੜ੍ਹੀ ਦਾ ਹੁੰਦੀ ਹੈ ਵੀ ਸਕੂਲ 'ਚ ਸਭ ਨੇ ਗ੍ਰਾਮਰ ਦੇ ਰੂਲਸ ਪੜ੍ਹੇ ਇੰਗਲਿਸ਼ ਪੜ੍ਹੀ ਹੈ ਬਟ ਰੀਜ਼ਨ ਉਹੀ ਹੈ ਵੀ ਜੇ ਉਹੀ ਕਾਫੀ ਨਹੀਂ ਹੋ ਰਹੀ ਤਾਂ ਸਾਨੂੰ ਵੀ ਨੀਡ ਸਮ ਅਦਰ ਵੇ ਐਜ਼ ਵੈਲ, ਰਾਈਟ। Now this is where the second way comes handy, that is called acquiring a language. Now acquiring a language what this means is ਕਿ ਜਿਵੇਂ ਇੱਕ ਬੱਚਾ ਜਿਹੜਾ ਇੱਕ ਹਾਊਸ ਹੋਲਡ 'ਚ ਰਹਿੰਦਾ ਕਿਸੇ ਘਰ-ਬਾਰ 'ਚ ਰਹਿੰਦੇ ਆ ਸਕੂਲ ਜਾਣ ਤੋਂ ਪਹਿਲਾਂ ਜਿਹੜੀ ਇੱਕ ਲੈਂਗੁਏਜ ਆਪਣੇ ਘਰਦਿਆਂ ਤੋਂ ਸਿੱਖਦਾ ਜਾਂ ਮਤਲਬ ਜਿਹੜੇ ਵੀ ਉਹਦੇ ਆਸ-ਪਾਸ ਬੋਲਦੇ ਉਹਨਾਂ ਤੋਂ ਸਿੱਖਦਾ same way you can learn English as well by acquiring it, ਠੀਕ ਹੈ। Now how you can do that is or what you need to do for it is expose yourself to as much English as you can, ठीक है। Read books, ठीक है, watch movies, listen to music,
ਐਂਡ ਦੈਨ ਵਾਚ ਡਾਕੂਮੈਂਟਰੀਜ਼ ਕਿ ਮਤਲਬ ਜਿੰਨੀ ਤੁਸੀਂ ਇੰਗਲਿਸ਼ ਪੜ੍ਹ ਸਕਦੇ ਹੋ, ਜਿੰਨੀ ਤੁਸੀਂ ਇੰਗਲਿਸ਼ ਰੀਡ ਕਰੋਗੇ ਤੁਹਾਨੂੰ ਸੈਂਟੈਂਸ ਫਾਰਮੇਸ਼ਨ ਦਾ ਪਤਾ ਲੱਗੇਗਾ, ਵਰਡ ਯੂਜ਼ੇਜ ਪਤਾ ਲੱਗੇਗਾ, ਯੂ ਵਿਲ ਬੀ ਮੋਰ ਕੌਨਫੀਡੈਂਟ ਇਨ ਯੋਰ ਰੀਡਿੰਗ। ਸਿਮਿਲਰਲੀ ਦ ਮੋਰ ਯੂ ਲਿਸਨ ਟੂ ਪੀਪਲ, ਕਿ ਤੁਹਾਨੂੰ ਪਤਾ ਲੱਗਦਾ ਕਿ ਲੋਕ ਇੰਟਰੈਕਟ ਕਰ ਰਹੇ, ਤੁਸੀਂ ਯੂ ਲਿਸਨ ਟੂ ਇਟ, you acquire the language side by side. It's a very subconscious process कि ਤੁਹਾਨੂੰ ਪਤਾ ਨਹੀਂ ਲੱਗੇਗਾ, but you will be getting better at English, ਠੀਕ ਹੈ। It's like acquiring a language। ਇੱਕ ਬੱਚਾ ਹੁਣ ਫਾਰਮਲੀ ਸਟੱਡੀ ਨਹੀਂ ਕੀਤੀ ਉਹਨੇ ਕੋਈ ਲੈਂਗੁਏਜ, ਠੀਕ ਹੈ, ਕਿਸੇ ਸਕੂਲ ਜਾ ਕੇ ਹਲੇ, ਲੇਕਿਨ ਫਿਰ ਵੀ ਘਰ ਆਸ-ਪਾਸ ਜਿਹੜੇ ਵੀ ਬੋਲਦੇ ਉਹਨਾਂ ਤੋਂ ਸਿੱਖਦਾ, ਠੀਕ ਹੈ। ਐਂਡ ਦਿਸ ਇਜ਼ what humans are capable of by learning a language. So expose yourself to as much English as you can, ठीक है। Read books, read novels, watch documentaries, read newspaper, watch movies, watch shows. There are so many sources available. Okay, you can listen to speech, people giving a speech. Okay, you can try to interact. What this will do is this will help you slowly build confidence in your language. Okay, now once that is completed, your base is very, your base will be good enough for you कि तुसी जेड़ा अपनी strategies use करो, practice करो, तो implement करके अपना exam clear करो, ठीक है। So this is one major reason that I think people struggle with a lot in their IELTS exam and nobody really talks about. Now usually coaching centers ਕੀ ਹੁੰਦਾ ਕਿ ਦੋ grammar classes ਲਗਵਾ ਰਹਿੰਦੇ, but ਉਹੀ ਹੈ ਜੇ formal learning ਨਾਲ ਬੰਦੇ ਦੀ ਇੰਗਲਿਸ਼ ਦੀ ਅੰਡਰਸਟੈਂਡਿੰਗ ਵਧੀਆ ਹੁੰਦੀ ਤਾਂ ਆਲਰੇਡੀ ਫਿਰ ਸਕੂਲ ਨਹੀਂ ਕੰਮ ਕਰ ਜਾਣਾ ਸੀ, ਕੰਮ ਕਰ ਜਾਣਾ ਸੀ। ਜੋ ਵੀ ਬੰਦੇ ਨੇ ਸਕੂਲ ਪੜ੍ਹਿਆ ਇੰਗਲਿਸ਼, ਸਕੂਲ ਸਭ ਨੇ ਆਲਰੇਡੀ ਪੜ੍ਹੀ ਹੁੰਦੀ ਇੰਗਲਿਸ਼, ਸਭ ਨੇ ਉੱਥੇ ਕਲਾਸਿਸ ਲਈਆਂ ਨੇ, ਬਟ ਉਹਦੇ ਬਾਵਜੂਦ ਵੀ ਬੰਦਾ ਜੇ ਕੌਨਫੀਡੈਂਟ ਨਹੀਂ ਤਾਂ ਮਤਲਬ ਵੀ ਫਾਰਮਲ ਲਰਨਿੰਗ ਜਿਹੜੀ ਇਕੱਲੀ ਵਰਕ ਨਹੀਂ ਕਰ ਰਹੀ। ਸੋ ਵਟ ਦਿਸ ਮੀਨਸ ਇਜ਼ ਕਿ ਐਕਵਾਇਰਿੰਗ ਤੇ ਵੀ ਵਰਕ ਕਰੋ ਨਾਲ ਯੂ ਲਰਨ ਔਨ ਐਕਵਾਇਰਿੰਗ ਅ ਲੈਂਗੁਏਜ, ਠੀਕ ਹੈ। ਐਂਡ ਐਕਵਾਇਰਿੰਗ ਮੈਂ ਤੁਹਾਨੂੰ ਆਲਰੇਡੀ ਦੱਸਤਾ ਵੀ ਤੁਸੀਂ ਕਿਵੇਂ ਕਰ ਸਕਦੇ ਹੋ, so that can be really helpful, okay। So work on your English, work on your tips alongside, and this will really help you achieve your desired band score, or not your desired band score, this can really help you achieve even 8.5 bands. This is the same thing that has helped me achieve 8 bands. So I hope you like this video, and if you found this content of some value, please click the like button, and I will have some more reasons, of course, ਕੱਲਾ ਸਿਰਫ ਇਹੀ ਰੀਜ਼ਨ ਨਹੀਂ ਹੈ ਕਿ ਜਿਹਦੇ ਕਰਕੇ ਮਤਲਬ IELTS ਸਕੋਰ ਜਿਹੜੇ ਕਰਦੇ ਹੈ, ਮਤਲਬ ਸਟਰਗਲ ਕਰਦੇ ਪੰਜਾਬੀ ਸਟੂਡੈਂਟ, ਦੇयर ਆਰ ਮੈਨੀ ਅਦਰ ਰੀਜ਼ਨਸ ਐਜ਼ ਵੈਲ। ਸੋ ਉਹਨਾਂ ਬਾਰੇ ਵੀ ਮਤਲਬ I'll bring up some more videos. So if I were you, I would click on the subscribe button for more such content, and if you have any feedback, do leave in the comments below. Thank you so much, and okay.